ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਸਤਿਗੁਰੂ ਤਿਨਾਂ ਦੀ ਕਿਰਪਾ ਰਹਿਮਤ ਸਦਕਾ ਆਪ ਜੀ ਸਤ ਸੰਗਤ ਦੀਆਂ ਘੜੀਆਂ ਦਾ ਸੁੱਖ ਮਾਣ ਰਹੇ ਹੋ। ਸ਼ਾਮ ਦੇ ਦੀਵਾਨ ਸਜੇ, ਪਾਵਨ ਬਾਣੀ ਦਾ ਕੀਰਤਨ ਹੋਇਆ। ਆਓ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਬਿਸੰਬਰ ਦਾਸ ਨੂੰ ਜੀਵਨ ਦੇ ਵਿੱਚ ਕਮਾਉਣ ਵਾਲੇ ਬੜੇ ਹੀ ਅਮੋਲਕ ਬਚਨਾਂ ਦਾ ਉਪਦੇਸ਼ ਦੇ ਰਹੇ ਨੇ। ਬਾਕੀ ਸਿੱਖ ਸੰਗਤਾਂ ਵੀ ਬਹੁਤ ਲਾਭ ਉਠਾ ਰਹੀਆਂ ਹਨ। ਸਤਿਗੁਰੂ ਜੀ ਨੇ 75 ਅਰਦਾਸਾਂ ਗਰੀਬ ਨਵਾਜ ਨੇ ਕਿਰਪਾ ਕਰਕੇ ਦਸੀਆਂ। ਉਪਰੰਤ ਮਹਾਰਾਜ ਜੀ ਨੇ ਸ਼ੁਭ ਬਚਨ ਦੱਸੇ, ਪਵਿੱਤਰ ਉਪਦੇਸ਼ ਦਿੱਤਾ ਹੈ। ਫਿਰ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਗਰੀਬ ਨਵਾਜ ਸਤਿਗੁਰੂ ਨੇ ਗੋਪਾਲ ਸਿੰਘ ਨਾਮ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ ਨੇ ਸ਼ੁਭ ਉਪਦੇਸ਼ ਦਿੰਦਿਆਂ ਹੋਇਆਂ ਕਿਹਾ, ਬਿਸੰਬਰ ਦਾਸ ਜਿਹੜਾ ਬਹੁਤ ਮਾਇਆ ਕਰਕੇ ਆਕੜ ਗਿਆ ਹੋਵੇ, ਹੰਕਾਰ ਕਰਦਾ ਹੋਵੇ, ਫਿਰ ਸਤਿਗੁਰੂ ਨੇ ਕਿਹਾ ਨਿੰਦਾ ਕਰਦਾ ਹੋਵੇ, ਚੁਗਲ ਹੋਵੇ, ਉਸ ਦਾ ਸਾਥ ਛੱਡ ਦੇਣਾ ਚਾਹੀਦਾ ਹੈ। ਜੇ ਨਹੀਂ ਛੱਡੋ ਤਾਂ ਘਰ ਦੀ ਸੰਪਦਾ ਬਰਬਾਦ ਹੋ ਜਾਂਦੀ ਹੈ, ਸੁੱਖ ਚੈਨ ਬਰਬਾਦ ਹੋ ਜਾਂਦੇ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਐਸਾ ਉਪਦੇਸ਼ ਦਿੱਤਾ ਹੈ। ਤਾਂ ਤਿਸ ਸਮੇਂ ਇਹ ਬਿਸੰਬਰ ਦਾਸ ਤੇ ਇਸ ਦਾ ਪੁੱਤਰ ਹਰਗੋਪਾਲ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛਣ ਲੱਗੇ, ਸਤਿਗੁਰੂ ਕੀ ਮਹਾਰਾਜ ਅੰਮ੍ਰਿਤ ਛਕਣ ਦੇ ਨਾਲ ਹੀ ਸਿੰਘ ਸਜਿਆ ਜਾਂਦਾ ਹੈ? ਮਹਾਰਾਜ ਸਿਦਕ ਨਹੀਂ ਰੱਖਿਆ ਜਾ ਸਕਦਾ ਜੇ ਅੰਮ੍ਰਿਤ ਨਾ ਛਕੇ ਤਾਂ? ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਗਰੀਬ ਨਵਾਜ ਸਤਿਗੁਰੂ ਨੇ ਕਿ ਅੰਮ੍ਰਿਤ ਛਕੇ ਤੋਂ ਬਿਨਾਂ ਬਿਸੰਬਰ ਦਾਸ ਸਾਡੇ ਘਰ ਦੇ ਵਿੱਚ ਹੁਣ ਪ੍ਰਾਪਤੀ ਨਹੀਂ ਹੁੰਦੀ। ਜੋ ਚਰਨ ਪਹੁਲ ਦੀ ਮਰਿਆਦਾ ਹੈ ਉਹ ਅਸਾਂ ਬੰਦ ਕਰ ਦਿੱਤੀ ਹੈ। ਮਹਾਰਾਜ ਵੱਡੇ ਸਤਿਗੁਰੂ ਜੀ ਚਰਨ ਪਹੁਲ ਦਿੰਦੇ ਰਹੇ ਹਨ। ਗਰੀਬ ਨਵਾਜ ਸਤਿਗੁਰੂ ਨੇ ਕਿਹਾ ਕਿ ਅਸੀਂ ਆਪਣੇ ਸਰੀਰ ਤੋਂ ਬਾਅਦ 10 ਜਾਮਿਆਂ ਵਿੱਚ ਸਾਡੀ ਜੋਤ ਇਹਨਾਂ ਸਰੀਰਾਂ ਵਿੱਚ ਵਰਤੀ ਹੈ। ਅਸੀਂ ਆਪਣੇ ਸਰੀਰ ਤੋਂ ਉਪਰੰਤ ਇਹ ਗੁਰਤਾ ਗੱਦੀ ਦੀ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਟਿਕਾਵਾਂਗੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ 5 ਪਿਆਰੇ ਅੰਮ੍ਰਿਤ ਦੀ ਦਾਤ ਦਿਆ ਕਰਨਗੇ। ਸਤਿਗੁਰੂ ਜੀ ਕਹਿੰਦੇ ਉਹ ਅਸੀਂ ਹੋਵਾਂਗੇ, 5 ਵਿੱਚ ਅਸੀਂ ਵਰਤਰੇ ਹੋਵਾਂਗੇ। ਉਹਨਾਂ ਨੂੰ ਭਿੰਨ ਭਿੰਨ ਕਰਕੇ ਨਾ ਜਾਣਨਾ, ਉਹ ਅਸੀਂ ਹੋਵਾਂਗੇ। ਸਾਡਾ ਰੂਪ ਹੋਵੇਗਾ ਸਿੱਖ ਪੰਚਨ ਮੈਂ ਮੇਰੋ ਵਾਸਾ। ਇਹ ਸਤਿਗੁਰੂ ਨੇ ਸ਼ਬਦ ਕਹੇ। ਗਰੀਬ ਨਵਾਜ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪ੍ਰਤੱਖ ਸਤਿਗੁਰੂ ਜਾਣ ਕਰਕੇ ਨਮਸਕਾਰ ਕਰਨ ਦਾ ਹੁਕਮ ਦਿੱਤਾ। ਜਿਵੇਂ ਮਹਾਰਾਜ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਸਤਿਗੁਰੂ ਜੀ ਨੇ ਜੋ ਪਵਿੱਤਰ ਬਚਨ ਕਹੇ ਉਹ ਗੋਝ ਗ੍ਰੰਥ ਵਿੱਚ ਲਿਖੇ ਹੋਏ ਨੇ, ਜੋ ਆਪਾਂ ਦੋਹਰਾ ਪੜ੍ਹਦੇ ਹਾਂ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਸਤਿਗੁਰੂ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ ਤੇ ਬਚਨ ਕਹੇ ਸਨ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਅੱਗੇ ਜਿਵੇਂ ਉਪਦੇਸ਼ ਦੇ ਰਹੇ ਹਨ, ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਨਾਮ ਧਰੇ ਸਤਿਗੁਰ ਕਹੇ ਤੁਕ 11ਵੇਂ ਮਾਨ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਭਾਈ 11ਵੇਂ ਥਾਂ ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਤਾ ਗੱਦੀ ਦੇ ਮਾਲਕ ਹੋਣਗੇ ਤੇ ਜੁਗੋ ਜੁਗ ਅਟਲ ਸਤਿਗੁਰੂ ਜੀ ਹੀ ਗੁਰਤਾ ਤੇ ਸੁਭਾਏਮਾਨ ਰਹਿਣਗੇ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਚਨ ਕਹੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਿਵੇਂ ਤੁਸੀਂ ਸਾਡੇ ਕੋਲੋਂ ਨਾਮ ਰਖਾਉਂਦੇ ਹੋ, ਇਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮੁਖ ਅਰਦਾਸ ਕਰਨੀ ਤੇ ਆਏ ਹੋਏ ਸ੍ਰੀ ਮੁਖਵਾਕ ਦੇ ਪਹਿਲੇ ਅੱਖਰ ਤੋਂ ਨਾਮ ਰੱਖਣਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਬੈਠੋਗੇ, ਗੁਰਬਾਣੀ ਪੜੋਗੇ ਤਾਂ ਉਹ ਸਾਡੇ ਬੋਲ ਹੋਣਗੇ, ਸਾਡੇ ਨਾਲ ਬਚਨ ਹੋਣਗੇ। ਕਿਉਂਕਿ ਸਤਿਗੁਰੂ ਨੇ ਸ਼ਬਦ ਕਹੇ ਨੇ, ਜੋ ਮੁਝ ਬਚਨ ਸੁਣਨ ਕੇ ਚਾਹੇ ਸੁਨੋ ਗ੍ਰੰਥ ਹਿਤ ਚਿਤ ਲਾਏ। ਮੇਰੋ ਰੂਪ ਗ੍ਰੰਥ ਜੀ ਜਾਨ, ਇਸ ਮੈਂ ਭੇਦ ਨਾ ਰੰਚਕ ਮਾਨ। ਥੋੜਾ ਜਿੰਨਾ ਵੀ ਸਿੱਖੋ ਭੇਦ ਨਾ ਜਾਣਿਓ। ਇਸ ਗੱਲ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਹੀ ਪਵਿੱਤਰ ਰੂਪ ਹੋਣਗੇ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਗਰੀਬ ਨਵਾਜ ਨੇ ਪਵਿੱਤਰ ਬਚਨ ਕਹੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬਿਸੰਬਰ ਦਾਸ ਜਦੋਂ ਬੱਚੇ ਦਾ ਨਾਮ ਰੱਖੋ
ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮੁਖ ਅਰਦਾਸ ਕਰੋ। ਅਰਦਾਸ ਕਰਕੇ ਆਏ ਹੋਏ ਸ੍ਰੀ ਮੁਖਵਾਕ ਦੇ ਪਹਿਲੇ ਅੱਖਰ ਤੋਂ ਨਾਮ ਰੱਖਣਾ ਹੈ। ਪਤ ਸ੍ਰੀ ਅੱਖਰ ਧਰੇ ਪੁਨ ਪੁਨ ਧਰੇ ਸੋ ਜਾਨ। ਫਿਰ ਮਹਾਰਾਜ ਕਹਿੰਦੇ ਪਤ ਇੱਜ਼ਤ ਰਹਿੰਦੀ ਹੈ ਗੁਰੂ ਮਹਾਰਾਜ ਜੀ ਤੋਂ ਬਖਸ਼ਿਸ਼ ਲੈ ਕਰਕੇ ਨਾਮ ਰੱਖੀਏ ਤਾਂ। ਫਿਰ ਸਤਿਗੁਰੂ ਨੇ ਕਿਹਾ ਕਿ ਇਸ ਪ੍ਰਕਾਰ ਜਿਹੜਾ ਗੁਰੂ ਮਹਾਰਾਜ ਜੀ ਤੋਂ ਆਗਿਆ ਲੈ ਕਰਕੇ ਨਾਮ ਨਹੀਂ ਰੱਖਿਆ ਜਾਂਦਾ ਉਹ ਪ੍ਰਵਾਨ ਨਹੀਂ ਹੁੰਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਜੇ ਬਹੁਤਿਆਂ ਦੇ ਨਾਮ ਰੱਖਣੇ ਹੋਣ, ਜਿਵੇਂ ਅੰਮ੍ਰਿਤ ਸੰਚਾਰ ਹੁੰਦਾ ਹੈ, ਤਾਂ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਨਹੀਂ ਰੱਖਿਆ ਗਿਆ ਉਹ ਭਾਈ ਉੱਠ ਕੇ ਦੱਸੋ ਤੇ ਉਹਨਾਂ ਦੇ ਨਾਮ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਏ ਹੋਏ ਸ੍ਰੀ ਮੁਖਵਾਕ ਤੋਂ ਰੱਖੇ ਜਾਣਗੇ। ਜੇ ਬਹੁਤੇ ਨਾਮ ਰੱਖਣੇ ਹੋਣ ਤਾਂ ਸਤਿਗੁਰੂ ਜੀ ਨੇ ਕਿਹਾ ਕਿ ਪਹਿਲਾ ਨਾਮ ਫਿਰ ਪਹਿਲੇ ਅੱਖਰ ਤੋਂ ਤੇ ਦੂਸਰਾ ਨਾਮ ਰੱਖਣਾ ਤਾਂ ਦੂਸਰੇ ਅੱਖਰ ਤੋਂ ਅੱਗੇ ਜਿਹੜੇ ਜਿੰਨੇ ਵੀ ਸ਼ਬਦ ਦੇ ਅੱਖਰ ਹੋਣ ਉਹਨਾਂ ਅੱਗੇ ਅੱਖਰਾਂ ਤੋਂ ਜਿਹੜੇ ਆ ਨਾਮ ਇੱਕ ਇੱਕ ਅੱਖਰ ਲੈ ਕਰਕੇ ਤਾਂ ਉਹ ਅੱਗੇ ਨਾਮ ਜਿਹੜੇ ਆ ਉਹ ਰੱਖੇ ਜਾਣ। ਫਿਰ ਮਹਾਰਾਜ ਜੀ ਨੇ ਕਿਹਾ ਪੁੰਨ ਪੁੰਨ ਕਰੇ ਵਿਚਾਰ। ਪੁੰਨ ਪੁੰਨ ਬਾਰ-ਬਾਰ ਇਹ ਵਿਚਾਰ ਲਵੇ ਜੇ ਅੱਖਰ ਆਇਆ ਹੈ ਘਰ ਵਿੱਚ ਉਹੋ ਜਿਹਾ ਨਾਮ ਬੱਚੇ ਦਾ ਪਹਿਲਾਂ ਰੱਖਿਆ ਹੋਇਆ ਤਾਂ ਮਹਾਰਾਜ ਕਹਿੰਦੇ ਫਿਰ ਅਗਲੇ ਅੱਖਰ ਤੋਂ ਵੀ ਨਾਮ ਰੱਖਿਆ ਜਾ ਸਕਦਾ ਹੈ ਤੇ ਜਾਂ ਬਦਲ ਕਰਕੇ ਉਸ ਅੱਖਰ ਤੋਂ ਨਾਮ ਰੱਖ ਲਵੋ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨਹੀਂ ਕਿ ਆਏ ਹੋਏ ਸ਼ਬਦ ਤੋਂ ਫਿਰ ਬਦਲ ਕੇ ਹੀ ਨਾਮ ਰੱਖਦੇ ਹੋਵੋ। ਨਹੀਂ, ਜੋ ਸ਼ਬਦ ਆਇਆ ਹੈ ਤੇ ਇਹ ਪਹਿਲੇ ਅੱਖਰ ਤੋਂ ਘਰ ਵਿੱਚ ਜੇ ਨਾਮ ਹੈ ਤਾਂ ਫਿਰ ਅਗਲਾ ਅੱਖਰ ਲੈ ਕਰਕੇ ਸਤਿਗੁਰੂ ਕਹਿੰਦੇ ਭਾਈ ਨਾਮ ਰੱਖ ਲੈਣਾ ਚਾਹੀਦਾ ਹੈ। ਆਸ ਗੁਰੂ ਕੀ ਮੰਤਰ ਸਿੱਖ ਕਾਜ ਸੰਸਾਰੀ ਕੀਨ। ਤੇ ਆਸ ਗੁਰੂ ਕੀ ਰੱਖੇ ਤੇ ਗੁਰੂ ਕਾ ਮੰਤਰ ਕੀ ਵਾਹਿਗੁਰੂ ਮੰਤਰ ਤੇ ਗੁਰੂ ਕੀ ਬਾਣੀ ਦੀ ਸੰਥਿਆ ਕਰੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਰੂ ਕੀ ਬਾਣੀ ਦੀ ਸੰਥਿਆ ਕਰੇ ਤੇ ਨਾਲੇ ਕਾਰਜ ਵੀ ਕਰੇ ਆਪਣੇ ਸੰਸਾਰ ਦੇ। ਇਸ ਪ੍ਰਕਾਰ ਵਿਹਾਰ ਵੀ ਸੰਸਾਰ ਦੇ ਦਸਾਂ ਨੋਹਾਂ ਦੀ ਕਿਰਤ ਵੀ ਕਰਨਾ ਕਰੇ। ਬੋਲ ਗਰੀਬੀ ਸਿੱਖ ਕਰ ਕੰਨਿਆ ਦੇ ਮਸਕੀਨ। ਮਹਾਰਾਜ ਕਹਿੰਦੇ ਨੇ ਗਰੀਬੀ ਦੇ ਸਹਿਤ ਨਿਮਰਤਾ ਦੇ ਸਹਿਤ ਬੋਲ ਕੇ ਨਾ ਕਹਿ ਕੇ ਬੇਨਤੀ ਕਰਕੇ ਤੇ ਆਪਣੀ ਧੀ ਜਿਹੜੀ ਹੈ ਗਰੀਬ ਸਿੱਖ ਨੂੰ ਦੇਵੇ। ਆਪਣੇ ਤੋਂ ਅਮੀਰ ਨੂੰ ਨਾ ਆਪਣੀ ਧੀ ਵਿਆਵੇ। ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਬਚਨ ਹਨ। ਗਰੀਬ ਨਵਾਜ ਸਤਿਗੁਰੂ ਦੇ ਕਹੇ ਹੋਏ ਇਹ ਇੱਕ ਇੱਕ ਬਚਨ ਵਿੱਚ ਬੜਾ ਭੇਦ ਹੈ। ਸਤਿਗੁਰੂ ਜੀ ਆਪਣੇ ਮੁਖ ਤੋਂ ਬੜੇ ਅਮੋਲਕ ਬਚਨ ਕਹਿ ਰਹੇ ਹਨ। ਜੀਵਨ ਦੇ ਅੰਦਰ ਸਤ ਸੰਗਤ ਜੀ ਬਹੁਤ ਜਿਹੜੇ ਵਿਦਵਾਨ ਹਨ, ਇਸ ਪ੍ਰਕਾਰ ਦਾਨੇ ਹਨ, ਇਹਨਾਂ ਬਚਨਾਂ ਨੂੰ ਕਮਾ ਕੇ ਤੇ ਹੰਢਾ ਕੇ ਤਿਨਾਂ ਨੇ ਵੇਖਿਆ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗਰੀਬੀ ਨਾਲ ਨਿਮਰਤਾ ਨਾਲ ਬੋਲ ਕਰਕੇ, ਇਹ ਨਹੀਂ ਕਿ ਆਪਣੇ ਤੋਂ ਗਰੀਬ ਹੈ ਸੰਬੰਧੀ ਤੇ ਉਹਦੀ ਬੇਇੱਜ਼ਤੀ ਕਰਨੀ, ਉਹਦਾ ਨਿਰਾਦਰ ਕਰ ਦੇਣਾ। ਨਹੀਂ, ਮਹਾਰਾਜ ਕਹਿੰਦੇ ਗਰੀਬ ਨੂੰ, ਆਪਣੇ ਤੋਂ ਗਰੀਬ ਨੂੰ ਨਿਮਰਤਾ ਨਾਲ ਬੋਲ ਕਰਕੇ ਬੜੀ ਹਲੀਮੀ ਨਾਲ ਕਹਿ ਕਰਕੇ ਤੇ ਇਸ ਪ੍ਰਕਾਰ ਗਰੀਬ ਨੂੰ ਆਪਣੀ ਕੰਨਿਆ ਜਿਹੜੀ ਆ ਉਹ ਦੇਣੀ ਚਾਹੀਦੀ ਹੈ। ਆਨੰਦ ਕਾਰਜ ਗਰੀਬ ਨਾਲ ਕਰਨਾ ਚਾਹੀਦਾ ਹੈ। ਜਗ ਛੋੜੈ ਖੰਡੇ ਚਰਨ ਪਹੁਲ ਸਿੱਖਾਂ ਸਾਰ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਖੰਡੇ ਦੀ ਪਾਹੁਲ ਛੱਡ ਕਰਕੇ ਚਰਨ ਪਾਹੁਲ ਨੂੰ ਹੀ ਲੈਣਾ ਬਿਹਤਰ ਸਮਝਿਆ, ਮਹਾਰਾਜ ਕਹਿੰਦੇ ਉਹ ਸਿੱਖ ਨਹੀਂ ਅਖਵਾਉਣਗੇ। ਸਤਿਗੁਰੂ ਕਹਿੰਦੇ ਸ੍ਰੇਸ਼ਟ ਤਾਂ ਭਾਈ ਹੁਣ ਖੰਡੇ ਦੀ ਪਾਹੁਲ ਹੈ। ਪ੍ਰਥਮ ਰਹਿਤ ਜਹ ਜਾਨ ਖੰਡੇ ਕੀ ਪਾਹੁਲ ਛਕੇ। ਮਹਾਰਾਜ ਕਹਿੰਦੇ ਹੁਣ ਤਾਂ ਭਾਈ ਅਸੀਂ ਇਹ ਮਰਜ਼ਾਦਾ ਬਣਾ ਦਿੱਤੀ ਹੈ ਬਿਸੰਬਰਦਾਸ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕਰਕੇ ਹੀ ਸਿੰਘ ਸਜਿਆ ਜਾ ਸਕਦਾ ਹੈ। ਪਹੁਲ ਖੰਡੇ ਹੋਏ ਜਿਸ ਚਰਨ ਕੀ ਨਹਿ ਧਾਰ। ਤੇ ਜਿੰਨੇ ਖੰਡੇ ਦੀ ਪਾਹੁਲ ਛਕੀ ਹੋਵੇ ਉਹਨੂੰ ਕਿਸੇ ਵੀ ਹੋਰ ਤਰ੍ਹਾਂ ਦੀ ਪਾਹੁਲ ਦੀ ਫਿਰ ਲੋੜ ਨਹੀਂ ਰਹਿ ਜਾਂਦੀ। ਉਹਨੂੰ ਇਸ ਪ੍ਰਕਾਰ ਚਰਨਾਂ ਦੀ ਪਾਹੁਲ ਦੀ ਕੋਈ ਜ਼ਰੂਰਤ ਨਹੀਂ ਰਹਿ ਜਾਂਦੀ ਜਿਸ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਵੇ। ਜਿਵੇਂ ਸਤ ਸੰਗਤ ਜੀ ਪੰਜਾਬ ਦੇ ਵਿੱਚ ਆਪਾਂ ਜਾਂ ਹੋਰਨਾਂ ਥਾਵਾਂ ਤੇ ਗੁਰਦੁਆਰੇ ਸਾਹਿਬਾਂ ਵਿੱਚ ਦਰਸ਼ਨ ਕਰਨ ਵਾਸਤੇ ਜਾਂਦੇ ਆ ਤੇ ਕਈ ਬੜੀ ਨਿਮਰਤਾ ਨਾਲ ਬੜੀ ਹਲੀਮੀ ਦਿਖਾਉਣ ਵਾਸਤੇ ਚਰਨ ਗੰਗਾ ਵਿੱਚੋਂ ਚੂਲਾ ਲੈ ਕਰਕੇ ਛਕ ਲੈਂਦੇ ਆ, ਜੋ ਮਹਾਰਾਜ ਦੇ ਅੰਮ੍ਰਿਤ ਦੀ ਬੇਅਦਬੀ ਦਾ ਕਾਰਨ ਬਣਦਾ ਹੈ। ਜਿਸ ਮੁਖ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅੰਮ੍ਰਿਤ ਪੈ ਚੁੱਕਾ ਹੈ ਉਸ ਨੂੰ ਚਰਨ ਗੰਗਾ ਵਿੱਚੋਂ ਜਿਹੜਾ ਚੂਲਾ ਲੈ ਕਰਕੇ ਨਹੀਂ ਛਕਣਾ ਚਾਹੀਦਾ, ਕਿਉਂਕਿ ਸਾਧ ਸੰਗਤ ਜੀ ਉੱਥੇ ਹਰੇਕ ਤਰ੍ਹਾਂ ਦੇ ਪੈਰ ਧੁੱਪਦੇ ਹਨ। ਉਹ ਤਾਂ ਇੱਕ ਚਰਨ ਗੰਗਾ ਗੁਰਦੁਆਰਾ ਸਾਹਿਬ ਜੀ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਬਣਾਈ ਗਈ ਹੈ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਗੰਦੇ ਪੈਰ ਲੈ ਕਰਕੇ ਨਾ ਜਾ ਸਕੇ ਤੇ ਵੱਡੀਆਂ ਚੌੜੀਆਂ ਚਰਨ ਗੰਗਾ ਬਣਾਈਆਂ ਗਈਆਂ। ਦਰਬਾਰ ਸਾਹਿਬ ਦੇ ਸਮੂਹ ਅੰਦਰ ਆਪ ਜੀ ਨੇ ਕਿਸੇ ਵੀ ਪਾਸਿਓਂ ਪ੍ਰਵੇਸ਼ ਕਰਨਾ ਹੋਵੇ ਤੁਹਾਨੂੰ ਚਰਨ ਗੰਗਾ ਵਿੱਚੋਂ ਲੰਘਣਾ ਪਵੇਗਾ। ਉੱਥੇ ਚਰਨ ਧੋਣੇ ਪੈਂਦੇ ਆ, ਸਾਫ਼ ਕਰਨੇ ਪੈਂਦੇ ਆ।
ਸਾਧ ਸੰਗਤ ਜੀ ਉਥੋਂ ਚੂਲਾ ਲੈ ਕੇ ਨਹੀਂ ਛਕਣਾ ਚਾਹੀਦਾ, ਉਹ ਪੈਰ ਧੋਣ ਵਾਸਤੇ ਬਣਾਈ ਹੈ। ਅੰਮ੍ਰਿਤਧਾਰੀ ਸਿੰਘ ਨੂੰ ਕਦਾਚਿਤ ਵੀ ਉਥੋਂ ਚੂਲਾ ਨਹੀਂ ਲੈਣਾ ਚਾਹੀਦਾ। ਸੱਚੇ ਪਾਤਸ਼ਾਹ ਮਹਾਰਾਜ ਦਾ ਇਹ ਉਪਦੇਸ਼ ਹੈ, ਜਿਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਇਆ ਹੈ ਉਸ ਨੂੰ ਕਿਸੇ ਪ੍ਰਕਾਰ ਦੀ ਹੋਰ ਪਾਹੁਲ ਦੀ ਜਾਂ ਚਰਨ ਪਾਹੁਲ ਦੀ ਲੋੜ ਨਹੀਂ ਰਹਿ ਜਾਂਦੀ ਹੈ। ਚਰਨ ਪਾਹੁਲੀ ਖੰਡ ਦੇ ਸਿੱਖ ਕਾ ਨਾਤਾ ਮਾਨ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜੇ ਚਰਨ ਪੌਲੀਏ ਕਹਿੰਦੇ ਅਸੀਂ ਉਹੋ ਹੀ ਸਿੱਖ ਹਾਂ। ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਦੂਰ ਕਰ ਦੇਵੇ, ਅਤੇ ਇਸ ਪ੍ਰਕਾਰ ਸਿੱਖ ਨੂੰ ਸਿੱਖ ਨਾਲ ਹੀ ਨਾਤਾ ਕਰਨਾ ਚਾਹੀਦਾ ਹੈ। ਮਹਾਰਾਜ ਕਹਿੰਦੇ ਭਾਈ ਅਨਮਤੀਏ ਦੇ ਘਰ ਆਪਣੀ ਧੀ ਨਾ ਵਿਆਵੇ ਜਾਂ ਆਪਣਾ ਪੁੱਤਰ ਨਾ ਵਿਆਵੇ। ਜੇ ਅਨਮਤੀਆ ਹੈ, ਹੋਰਨਾਂ ਨੂੰ ਗੁਰੂ ਮੰਨਦਾ ਹੈ, ਕਿਤੇ ਹੋਰ ਜਾ ਕਰਕੇ ਮੱਥੇ ਟੇਕਦਾ ਹੈ, ਉੱਥੇ ਆਪਣੇ ਘਰ ਦੇ ਅੰਦਰ ਨਾਤਾ ਨਾ ਜੋੜੇ, ਨਾ ਪੁੱਤਰ ਨਾ ਧੀ ਦਾ, ਕਿਉਂਕਿ ਕਾਰਨ ਦੁੱਖਾਂ ਦਾ ਸਹੇੜ ਲਵੋਗੇ। ਇਸ ਕਰਕੇ ਸਤਿਗੁਰੂ ਜੀ ਇਹ ਉਪਦੇਸ਼ ਦੇ ਰਹੇ ਹਨ, ਜਿਹੜਾ ਗੁਰੂ ਕਾ ਸਿੱਖ ਹੀ ਨਹੀਂ ਹੈ ਉਥੇ ਆਪਣੀ ਧੀ ਨਾ ਦੇਣਾ ਕਰੇ। ਜਹਾਂ ਨਾ ਹੋਵੇ ਤੈਂ ਕਰੋ ਬੈਤੋ ਆਪਣੀ ਸ਼ਾਨ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿੱਥੇ ਗੁਰੂ ਕਾ ਸਿੱਖ ਹੋਵੇ ਤੁਹਾਡੀ ਸ਼ਾਨ ਵਧੇਗੀ, ਤੁਹਾਡਾ ਰੋਹਬ ਵਧੇਗਾ, ਗੁਰੂ ਪਤ ਰੱਖੇਗਾ, ਮਹਾਰਾਜ ਲਾਜ ਰੱਖਣਗੇ ਗੁਰੂ ਨਾਨਕ ਸਾਹਿਬ। ਇਉਂ ਗੁਰੂ ਕੀ ਸਿੱਖੀ ਵੇਖ ਕਰਕੇ, ਅੰਮ੍ਰਿਤਧਾਰੀ ਵੇਖ ਕਰਕੇ, ਚੰਗੇ ਗੁਣ ਵੇਖ ਕਰਕੇ ਆਪਣੀ ਧੀ ਦੇਵੇ, ਗੁਰੂ ਨਾਨਕ ਸਾਹਿਬ ਜੀ ਪਤ ਰੱਖਣਗੇ। ਸੰਸਾਰ ਦੀ ਭਭੂਤੀ ਪਦਾਰਥ ਛਿਨ ਮਾਤਰ ਸਮੇਂ ਵਿੱਚ ਵੱਧਦੇ ਜਾਣਗੇ। ਅਦਰ ਦਸਨ ਮਹਿ ਭੇਦ ਨਹਿ ਭੇਦ ਨਾ ਪਿਤ ਅਰ ਸੁਵੰਨ। ਮਹਾਰਾਜ ਕਹਿੰਦੇ ਸਿੱਖ ਨੂੰ ਸਿੱਖ ਵਿੱਚ ਭੇਦ ਨਹੀਂ ਸਮਝਣਾ ਚਾਹੀਦਾ। ਜਿਵੇਂ ਦੰਦਾਂ ਦਾ ਤੇ ਬੁੱਲਾਂ ਦਾ ਕੋਈ ਭੇਦ ਨਹੀਂ ਹੁੰਦਾ, ਕੋਲ ਕੋਲ ਹੀ ਰਹਿੰਦੇ। ਜਿਵੇਂ ਪਿਓ ਤੇ ਪੁੱਤਰ ਦਾ ਕੋਈ ਭੇਦ ਨਹੀਂ ਹੁੰਦਾ, ਉਹਨਾਂ ਨੂੰ ਇੱਕੋ ਜਿਹਾ ਹੀ ਹੁੰਦਾ, ਕਿਉਂਕਿ ਪੁੱਤਰ ਪਿਤਾ ਤੋਂ ਹੀ ਉਤਪੰਨ ਹੋਇਆ ਹੈ। ਕੋਈ ਭੇਦ ਭਿੰਨ ਥੋੜੋ ਹੁੰਦਾ ਹੈ। ਇਵੇਂ ਮਹਾਰਾਜ ਕਹਿੰਦੇ ਭਾਈ ਸਿੱਖਾਂ ਨੂੰ ਆਪਸ ਦੇ ਵਿੱਚ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਇਹੋ ਜਿਹਾ ਪਿਆਰ ਗੁਰੂ ਕੇ ਸਿੱਖਾਂ ਦਾ ਹੋਣਾ ਚਾਹੀਦਾ। ਆਪਸ ਦੇ ਵਿੱਚ ਮਹਾਰਾਜ ਕਹਿੰਦੇ ਨੇ ਇੱਕ ਦੂਸਰੇ ਨਾਲ ਪਿਆਰ ਮੁਹੱਬਤ ਦੇ ਨਾਲ ਰਹਿਣਾ ਚਾਹੀਦਾ। ਸਿੱਖ ਨੂੰ ਸਿੱਖ ਨਾਲ ਹੀ ਨਾਤਾ ਕਰਨਾ ਚਾਹੀਦਾ, ਤੇ ਸਿੱਖੀ ਦੀ ਜਿਹੜੀ ਸੰਬੰਧਤਾਈ ਹੈ, ਭਾਵ ਰਿਸ਼ਤੇਦਾਰੀ ਹੈ, ਸਭ ਤੋਂ ਉੱਤਮ ਹੈ। ਕਿਉਂ ਸਿੱਖਿਆ ਕੀ ਏਕਤਾ ਬਹੁਲ ਭੇਦ ਨਾ ਤਵਨ। ਮਹਾਰਾਜ ਕਹਿੰਦੇ ਉਹ ਸਿੱਖਾਂ ਦੀ ਜਿਹੜੀ ਏਕਤਾ ਹੁੰਦੀ ਹੈ ਭਾਈ, ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕ ਕਰਕੇ ਹੁੰਦੀ ਹੈ। ਫਿਰ ਉਹਨਾਂ ਵਿੱਚ ਭੇਦ ਨਹੀਂ ਰਹਿੰਦਾ, ਕੋਈ ਭਿੰਨ ਨਹੀਂ ਰਹਿੰਦਾ, ਕੋਈ ਫਰਕ ਨਹੀਂ ਰਹਿੰਦਾ। ਅੰਮ੍ਰਿਤ ਛਕਿਆ ਹੋਵੇ ਤਾਂ ਗੁਰੂ ਜਾਮਨ ਹੁੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਰੱਖਿਆ ਕਰਦੇ ਹਨ। ਇਸ ਪ੍ਰਕਾਰ ਕੋਈ ਭਿੰਨ ਭੇਦ ਨਹੀਂ ਰਹਿੰਦਾ। ਜੋ ਅੰਮ੍ਰਿਤ ਛਕ ਕੇ ਵੀ ਗੁਰੂ ਕੇ ਬਚਨਾਂ ਨੂੰ ਨਹੀਂ ਪਾਲਦੇ, ਉਹਨਾਂ ਦੀ ਬਾਬਤ ਵੀ ਸਤਿਗੁਰੂ ਕਹਿਣਗੇ, ਕਿਉਂਕਿ ਫਿਰ ਉਹ ਦਿਖਾਵਾ ਹੀ ਹੁੰਦਾ ਹੈ, ਸਿੱਖੀ ਅੰਦਰ ਨਹੀਂ ਹੁੰਦੀ। ਸਤਿਗੁਰੂ ਦੇ ਬਚਨ ਕਮਾਉਣੇ ਚਾਹੀਦੇ ਹਨ। ਗਰੀਬ ਨਵਾਜ ਸਤਿਗੁਰੂ ਕਹਿੰਦੇ ਫਿਰ ਸਿੱਖਾਂ ਅੰਦਰ ਕੋਈ ਭੇਦ ਫਰਕ ਨਹੀਂ ਹੁੰਦਾ ਹੈ। ਬੜੇ ਲਗੂ ਕੋ ਭੇਦ ਨਹਿ ਸਿੱਖਿਆ ਲੇਵੈ ਸਿੱਖ। ਇਹ ਸਿੱਖ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਕੋਈ ਵੱਡਾ ਨਹੀਂ ਤੇ ਕੋਈ ਛੋਟਾ ਨਹੀਂ। ਸੰਸਾਰ ਦੀ ਅਮੀਰੀ ਵੇਖ ਕਰਕੇ ਕਹਿਣਾ ਨਹੀਂ ਚਾਹੀਦਾ ਕਿ ਇਹ ਤਾਂ ਬੜਾ ਵੱਡਾ ਸਿੱਖ ਹੈ ਜੀ, ਬੜਾ ਵੱਡਾ ਦਾਨੀ ਹੈ। ਇਹੋ ਜੀਆਂ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ। ਤੇ ਜਿਹੜਾ ਇਸ ਪ੍ਰਕਾਰ ਕੋਈ ਗਰੀਬ ਹੈ ਉਹਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਤੇ ਐਵੇਂ ਨਿਮਾਣਾ ਜਿਹਾ ਗਰੀਬੜਾ ਜਿਹਾ ਹੈਗਾ, ਕੁਛ ਮੰਗੇਗਾ ਆ ਕੇ। ਮਹਾਰਾਜ ਕਹਿੰਦੇ ਸਿੱਖੀ ਅੰਦਰ ਕੋਈ ਵੱਡਾ ਛੋਟਾ ਨਹੀਂ, ਸਿੱਖ ਸਾਰੇ ਇੱਕੋ ਜਿਹੇ ਹਨ, ਸਾਨੂੰ ਸਾਰੇ ਬਰਾਬਰ ਹਨ। ਇਹ ਸੱਚੇ ਪਾਤਸ਼ਾਹ ਮਹਾਰਾਜ ਉਪਦੇਸ਼ ਦੇ ਰਹੇ ਨੇ। ਪਰ ਸਾਧ ਸੰਗਤ ਜੀ ਸਾਡੇ ਅਸਥਾਨ ਵੀ ਅਮੀਰ ਨਵਾਜ ਹੀ ਬਣਦੇ ਜਾਂਦੇ ਆ, ਗਰੀਬ ਨਵਾਜ ਸਤਿਗੁਰੂ ਨੇ। ਸੱਚੇ ਪਾਤਸ਼ਾਹ ਮਹਾਰਾਜ ਤਾਂ ਗਰੀਬਾਂ ਨੂੰ ਹੀ ਨਵਾਜਦੇ ਆ। ਤੇ ਪਰ ਸਾਧ ਸੰਗਤ ਜਿਹੜੇ ਸੰਸਾਰੀ ਮਨੁੱਖ ਨੂੰ ਕਿਤੇ ਵੀ ਕੋਈ ਰੁਤਬਾ ਪ੍ਰਾਪਤ ਹੋਵੇ ਤਾਂ ਉਹ ਅਮੀਰਾਂ ਨੂੰ ਹੀ ਨਵਾਜਦੇ ਆ, ਗਰੀਬ ਨੂੰ ਕੋਈ ਨਹੀਂ ਪੁੱਛਦਾ। ਅਮੀਰ 1 ਲੱਖ ਭੇਟ ਕਰ ਦੇਵੇ, ਕੋਈ ਆ ਕੇ ਮੱਥਾ ਟੇਕ ਦੇਵੇ, ਉਹਨੂੰ ਤਾਂ ਜਲ ਪਾਣੀ ਬਹੁਤ ਜਾਣੇ ਪੁੱਛਣ ਵਾਲੇ ਹੁੰਦੇ, ਉਹਨੂੰ ਤਾਂ ਛਕਾਉਣ ਵਾਲੇ ਬਹੁਤ ਜਾਣੇ ਆ ਜਾਂਦੇ ਆ। ਪਰ ਗਰੀਬ ਨੂੰ ਕੋਈ ਜਲ ਪਾਣੀ ਨਹੀਂ ਪੁੱਛਦਾ, ਪ੍ਰਸ਼ਾਦਾ ਨਹੀਂ ਪੁੱਛਦਾ, ਕਿਉਂਕਿ ਉਹ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਨਹੀਂ ਕਮਾ ਰਹੇ। ਫਿਰ ਸੱਚੇ ਪਾਤਸ਼ਾਹ ਮਹਾਰਾਜ ਤਾਂ ਕਹਿੰਦੇ ਐ ਕਿ ਸਿੱਖ ਨੂੰ ਗਰੀਬ ਨਵਾਜ ਹੋਣਾ ਚਾਹੀਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਐ ਕਿ ਕਦੇ ਵੀ ਉੱਚੇ ਨੀਵੇਂ ਦੇ ਵਿੱਚ ਫਰਕ ਨਾ ਸਮਝੇ ਕਿ ਆ ਉੱਚਾ ਹੈ ਨੀਵਾਂ ਹੈ। ਸਿੱਖ ਸਾਰੇ ਬਰਾਬਰ ਹੁੰਦੇ ਆ। ਜਿਹਨੇ ਅੰਮ੍ਰਿਤ ਛਕਿਆ ਹੋਵੇ ਉਹਦੇ ਵਿੱਚ ਕੋਈ ਭਿੰਨ ਭੇਦ ਨਹੀਂ ਹੁੰਦਾ ਹੈ। ਵਰਨ ਜਾਤ ਕੋ ਦੂਰ ਧਾਰੋ ਐਸੇ ਸਿੱਖ ਸੋ ਲੱਖ। ਐਸੇ ਮਹਾਰਾਜ ਕਹਿੰਦੇ ਸਿੱਖ ਬੜੇ ਹੀ ਜਿਹੜੇ ਸੁਭ ਲੱਖਣਾਂ ਵਾਲੇ ਹੁੰਦੇ ਆ, ਜਿਹੜੇ ਵਰਨ ਜਾਤ ਨੂੰ ਦੂਰ ਰੱਖ ਦਿੰਦੇ। ਕਹਿੰਦੇ ਭਾਈ ਇਹਦੀ ਕਾਦੀ ਹੁਣ ਜਾਤ ਹੈ, ਅੰਮ੍ਰਿਤ ਛਕਿਆ ਹੋਇਆ ਗੁਰੂ ਕਾ ਸਿੰਘ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ।
ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਪਵਿੱਤਰ ਉਪਦੇਸ਼ ਹੈ। ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਬੋ। ਇੱਕ ਹੀ ਪਹਿਚਾਨ ਹੈ ਮਨੁੱਖ ਦੀ ਜਾਤੀ ਦੀ। ਇਹ ਸਤਿਗੁਰੂ ਜੀ ਕਹਿੰਦੇ ਆ, ਜਿਨ੍ਹਾਂ ਨੇ ਗੁਰੂ ਵਾਲੇ ਬਣ ਗਏ, ਅੰਮ੍ਰਿਤ ਛਕ ਲਿਆ, ਉਹਨਾਂ ਦੀ ਇੱਕੋ ਹੀ ਪਛਾਣ ਹੈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਸਿੰਘ ਹਨ। ਦੇਵੈ ਲੇਵੈ ਪ੍ਰੀਤ ਕਰ ਖਾਵੈ ਕਰੇ ਅਦਵਾਏ। ਫਿਰ ਮਹਾਰਾਜ ਕਹਿੰਦੇ ਸਿੱਖ ਨੂੰ ਇਸ ਪ੍ਰਕਾਰ ਸਿੱਖ ਨਾਲ ਹੀ ਵਿਹਾਰ ਕਰੇ, ਲੇਵੇ ਦੇਵੇ ਪ੍ਰੀਤ ਕਰ। ਸਿੱਖ ਨੂੰ ਇਸ ਪ੍ਰਕਾਰ ਉਹਦੇ ਕੋਲੋਂ ਜੇ ਕੋਈ ਲਵੇ ਵੀ ਚੀਜ਼ ਜਾਂ ਦੇਵੇ ਵੀ ਤਾਂ ਪ੍ਰੀਤ ਕਰਕੇ ਹੀ, ਪ੍ਰੇਮ ਕਰਕੇ ਹੀ। ਇਸ ਪ੍ਰਕਾਰ ਦਾ ਸ਼ੁਭ ਵਿਹਾਰ ਜਿਹੜਾ ਹੈ ਗੁਰੂ ਕੇ ਸਿੱਖਾਂ ਨਾਲ ਹੀ ਕਰਨਾ ਕਰੇ। ਸਿੱਖੀ ਪਦ ਜੋ ਦਗਾ ਕਰ ਠੌਰ ਨ ਕਤਹੂ ਪਾਏ। ਸਿੱਖੀ ਦੇ ਪਦ ਪ੍ਰਾਪਤੀ ਕਰਕੇ ਮਹਾਰਾਜ ਕਹਿੰਦੇ ਜਿਹੜਾ ਦਗਾ ਕਮਾ ਦਿੰਦਾ ਹੈ ਉਹਨੂੰ ਕਿਤੇ ਵੀ ਥਾਂ ਨਹੀਂ ਫਿਰ ਪ੍ਰਾਪਤ ਹੁੰਦਾ। ਗੁਰੂ ਸਾਹਿਬ ਤਾਂ ਜਾਣਦੇ ਆ ਨਾ, ਅੰਮ੍ਰਿਤ ਛਕਿਆ ਹੋਇਆ ਕਿ ਜੇ ਕਿਸੇ ਸਿੱਖ ਨੇ ਦਗਾ ਕਰ ਦਿੱਤਾ ਅੰਮ੍ਰਿਤਧਾਰੀ ਨਾਲ, ਮਹਾਰਾਜ ਕਹਿੰਦੇ ਉਹਨੂੰ ਕਿਤੇ ਵੀ ਠੌਰ ਤੇ ਥਾਂ ਨਹੀਂ ਪ੍ਰਾਪਤ ਹੋਵੇਗੀ। ਸਤਿਗੁਰੂ ਜੀ ਦਾ ਕਹਿਣ ਤੋਂ ਭਾਵ ਇਹ ਆ ਕਿ ਉਹਨੂੰ ਨਰਕ ਵੀ ਨਹੀਂ ਚੱਲਦੇ। ਐਸੀ ਬੁਰੀ ਹਾਲਤ ਹੋ ਜਾਂਦੀ ਹੈ। ਕਿਥੇ ਗੁਰੂ ਕਾ ਸਿੱਖ ਹੈ ਪਰ ਮਹਾਰਾਜ ਦਾ ਬਚਨ ਨਹੀਂ ਕਮਾਇਆ ਤਾਂ ਸਤਿਗੁਰੂ ਕਹਿੰਦੇ ਨੇ ਸਿੱਖੀ ਵਿੱਚ ਆ ਕੇ ਦਗਾ ਕਰੇ, ਸਿੱਖ ਨਾਲ ਫਰੇਬ ਕਰੇ, ਧੋਖਾ ਕਰ ਦੇਵੇ, ਛਲ ਕਰ ਦੇਵੇ, ਤਾਂ ਮਹਾਰਾਜ ਕਹਿੰਦੇ ਉਹ ਸਿੱਖ ਨਾਲ ਕੀਤਾ ਹੋਇਆ ਛਲ ਨਹੀਂ, ਉਹ ਸਾਡੇ ਨਾਲ ਕੀਤਾ, ਸਾਡੇ ਨਾਲ ਦਗਾ ਕੀਤਾ। ਇਸ ਕਰਕੇ ਉਸ ਨੂੰ ਕੋਈ ਠੌਰ ਥਾਂ ਨਹੀਂ ਮਿਲੇਗੀ। ਪ੍ਰੀਤ ਨਾਮ ਕੀ ਨਾਮ ਜਪ ਨਾਮ ਰਮੈ ਵਿੱਚ ਪ੍ਰਾਣ। ਮਹਾਰਾਜ ਕਹਿੰਦੇ ਗੁਰਸਿੱਖੋ ਨਾਮ ਦੀ ਪ੍ਰੀਤ ਕਰਨੀ, ਇੰਨੀ ਪ੍ਰੀਤ ਕਰਨੀ, ਨਾਮ ਜਪ ਜਪ ਕਰਕੇ ਇੰਨਾ ਪਿਆਰ ਕਰਨਾ ਕਿ ਪ੍ਰਾਣਾਂ ਦੇ ਵਿੱਚ ਨਾਮ ਰਮ ਜਾਵੇ, ਮਿਲ ਜਾਵੇ। ਸਾਹਾਂ ਵਿੱਚ ਵਾਹਿਗੁਰੂ ਵਾਹਿਗੁਰੂ ਨਾਮ ਚੱਲੇ, ਸਾਹਾਂ ਦੀ ਆਵਾਜ਼ ਨਾ ਆਵੇ, ਵਾਹਿਗੁਰੂ ਮੰਤਰ ਦੀ ਆਵਾਜ਼ ਆਵੇ। ਖਾਲਸੇ ਦਾ ਜੀਵਨ ਇਹੋ ਜਿਹਾ ਉੱਚਾ ਸੁੱਚਾ ਹੋਵੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਐਸਾ ਪਵਿੱਤਰ ਉਪਦੇਸ਼ ਦੇ ਰਹੇ ਨੇ। ਕਿੱਡਾ ਸੋਹਣਾ ਸਿਧਾਂਤ ਮਹਾਰਾਜ ਦਿੰਦੇ ਐ, ਨਾਲੇ ਉੱਚ ਕੋਟੀ ਦੇ ਭਗਤ ਬਣਨ ਦਾ ਉਪਦੇਸ਼ ਦਿੰਦੇ ਐ। ਮਹਾਰਾਜ ਕਹਿੰਦੇ ਨਾਮ ਦੀ ਪ੍ਰੀਤ ਐਸੀ ਕਰਨੀ ਕਿ ਤੁਹਾਡੇ ਪ੍ਰਾਣਾਂ ਵਿੱਚ ਨਾਮ ਮਿਲ ਜਾਵੇ, ਤੁਹਾਡੇ ਸਾਹਾਂ ਵਿੱਚ ਨਾਮ ਰਲ ਜਾਵੇ। ਨਾਮ ਉਪਦੇਸੈ ਨਾਮ ਸੁਖ ਸਖਾ ਸਾਂਚ ਲਾ ਨਾਮ। ਮਹਾਰਾਜ ਕਹਿੰਦੇ ਨਾਮ ਦਾ ਹੀ ਉਪਦੇਸ਼ ਦੇਵੇ, ਨਾਮ ਦੀ ਹੀ ਸਿੱਖਿਆ ਲਵੇ ਅਤੇ ਇਸ ਪ੍ਰਕਾਰ ਨਾਮ ਨੂੰ ਹੀ ਆਪਣਾ ਸੱਚਾ ਮਿੱਤਰ ਜਾਣੇ। ਗਰੀਬ ਨਵਾਜ ਸਤਿਗੁਰੂ ਕਹਿੰਦੇ ਹੋਰ ਸੰਸਾਰ ਵਿੱਚ ਕੋਈ ਮਿੱਤਰ ਨਹੀਂ, ਨਾਮ ਹੀ ਸੱਚਾ ਮਿੱਤਰ ਹੈ। ਨਾਮ ਦਾ ਹੀ ਉਪਦੇਸ਼ ਕਰੇ ਤੇ ਨਾਮ ਹੀ ਜਪੇ ਤੇ ਨਾਮ ਦੀ ਹੀ ਸਿੱਖਿਆ ਲਵੇ ਤੇ ਨਾਮ ਦੀ ਹੀ ਸਿੱਖਿਆ ਦੇਣੀ ਕਰੇ। ਜੀਵਨ ਜਾ ਕਾ ਧਰਮ ਹਿਤ ਚੱਲਣਾ ਗੁਰ ਕੀ ਰੀਤ। ਮਹਾਰਾਜ ਕਹਿੰਦੇ ਜਿਹਦਾ ਜੀਵਨ ਧਰਮ ਹਿਤ ਬਤੀਤ ਹੋ ਰਿਹਾ ਹੁੰਦਾ ਨਾ, ਉਹ ਗੁਰੂ ਮਰਿਆਦਾ ਵਿੱਚ ਚੱਲਦਾ ਰਹਿੰਦਾ। ਜਿਹੜਾ ਧਰਮ ਨੂੰ ਧਾਰਨ ਨਹੀਂ ਕਰਦਾ ਉਹ ਗੁਰੂ ਮਰਿਆਦਾ ਵੀ ਨਹੀਂ ਕਮਾ ਸਕਦਾ। ਮਹਾਰਾਜ ਕਹਿੰਦੇ ਜਿਹੜਾ ਧਰਮ ਅਨੁਸਾਰ ਚੱਲਣਾ ਹੈ ਨਾ, ਇਹ ਗੁਰੂ ਕੀ ਮਰਿਆਦਾ ਨੂੰ ਕਮਾਉਣਾ ਹੈ। ਧਰਮ ਨੂੰ ਸਦਾ ਹੀ ਕਮਾਉਂਦੇ ਰਹਿਣਾ, ਧਰਮ ਦੇ ਅਨੁਸਾਰ ਚੱਲਣਾ। ਧਰਮ ਕੀ ਕਹਿੰਦਾ ਹੈ? ਧਰਮ ਦੀ ਕਮਾਈ ਕਰਨ ਵਾਲਾ ਹੀ ਗੁਰੂ ਕੀ ਮਰਿਆਦਾ ਵਿੱਚ ਚੱਲ ਸਕਦਾ ਹੈ। ਭੋਜਨ ਜਾਂ ਕਾ ਦੇਹ ਹਿਤ ਰਹਿ ਬਰਾਗੀ ਮੀਤ। ਜਿਹੜਾ ਕੇਵਲ ਆਪਣੀ ਦੇਹ ਨੂੰ ਚਲਾਉਣ ਵਾਸਤੇ ਭੋਜਨ ਛਕਦਾ ਹੈ ਨਾ, ਮਹਾਰਾਜ ਕਹਿੰਦੇ ਉਹਨੂੰ ਸਦਾ ਹੀ ਵਿਰਾਗ ਨਾਲ ਮਿੱਤਰਤਾ ਰਹਿੰਦੀ ਹੈ। ਜਿਹੜੇ ਸਾਧ ਸੰਗਤ ਜੀ ਜੀਵ ਇਸ ਪ੍ਰਕਾਰ ਕਰਦੇ ਆ ਨਾ, ਇਸ ਪ੍ਰਕਾਰ ਕਹਿੰਦੇ ਆ ਉਹ ਖਾਣ ਵਾਸਤੇ ਜਿਉਂਦੇ ਤੇ ਕਈ ਐ ਕਿ ਜਿਉਣ ਵਾਸਤੇ ਖਾਂਦੇ ਆ, ਸਿਰਫ ਕਿ ਇੰਨਾ ਕੁ ਛਕਣਾ ਜਿਹਦੇ ਨਾਲ ਦੇਹੀ ਚੱਲਦੀ ਰਹੇ। ਪਰ ਕਈ ਕਹਿੰਦੇ ਅਸੀਂ ਤਾਂ ਜਿਉਣੇ ਹੀ ਖਾਣ ਵਾਸਤੇ ਆ ਕਿ ਸਾਨੂੰ ਜੋ ਮਰਜ਼ੀ ਲਿਆਓ, ਮਿੱਠੀਆਂ ਚੀਜ਼ਾਂ, ਖੱਟੇ ਕਸੈਲੇ ਸਵਾਦ ਸਭ ਛਕਦੇ ਆ ਤੇ ਇੰਨਾ ਰੱਜ ਕਰਕੇ ਛਕਦੇ ਆ ਕਿ ਜਿਹਦੇ ਕਰਕੇ ਫਿਰ ਸਰੀਰ ਵਿੱਚ ਔਰਾਂ ਪੈਦਾ ਹੋ ਜਾਂਦੀਆਂ ਹਨ। ਇਸ ਪ੍ਰਕਾਰ ਕਹਿੰਦੇ ਨੇ ਕਿ ਜਿਹੜਾ ਰੱਜ ਕੇ ਖਾਧਾ ਹੋਇਆ ਭੋਜਨ ਹੈ ਨਾ, ਅੰਦਰ ਜਾ ਕੇ ਉਹ ਜ਼ਹਿਰ ਬਣ ਜਾਂਦਾ, ਫਾਇਦੇ ਦੀ ਥਾਂ ਤੇ ਨੁਕਸਾਨ ਕਰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਇਉਂ ਕਹਿੰਦੇ ਐ ਕਿ ਥੋੜਾ ਖਾਣਾ ਥੋੜਾ ਸੌਣਾ ਗੁਰਮਤਿ ਪਾਏ। ਗੁਰੂ ਕੀ ਮੱਤ ਇਹ ਧਾਰਨ ਕਰੇ, ਥੋੜਾ ਖਾਵੇ ਤੇ ਥੋੜਾ ਹੀ ਸੌਵੇਂ। ਦੁਬਾਰਾ ਪੜ੍ਹ ਦਿਓ। ਭੋਜਨ ਜਾਂ ਕਾ ਦੇਹ ਹਿਤ ਰਹਿ ਵਿਰਾਗੀ ਮੀਤ। ਉਹਨੂੰ ਫਿਰ ਵਿਰਾਗ ਰਹਿੰਦਾ ਹੈ, ਇੰਨਾ ਵਿਰਾਗ ਰਹਿੰਦਾ ਹੈ ਕਿ ਸਰੀਰ ਨੇ ਤਾਂ ਭਈ ਛੋਟੀ ਜਾਣਾ ਹੈ। ਸਰੀਰ ਦੇ ਚਲਾਉਣ ਕਰਕੇ ਹੀ ਉਹ ਭੋਜਨ ਛਕਦੇ ਆ ਤੇ ਜਿਹੜਾ ਇਸ ਪ੍ਰਕਾਰ ਸਰੀਰ ਦੇ ਦੇਹੀ ਨੂੰ ਕੇਵਲ ਚਲਾਉਣ ਵਾਸਤੇ ਭੋਜਨ ਖਾਂਦਾ ਹੈ, ਉਹਨੂੰ ਮਹਾਰਾਜ ਕਹਿੰਦੇ ਭਾਈ ਸਦਾ ਵਿਰਾਗ ਨਾਲ ਮਿੱਤਰਤਾ ਰਹਿੰਦੀ ਹੈ। ਜੋ ਰਾਹੀ ਪਰਦੇਸ ਜਾਏ ਨਿਤ ਮਾਰਗ ਕੀ ਆਸ। ਮਹਾਰਾਜ ਕਹਿੰਦੇ ਖਾਲਸਾ ਜੀ ਜਿਹੜਾ ਰਾਹੀ ਪ੍ਰਦੇਸ਼ ਨੂੰ ਜਾ ਰਿਹਾ ਹੁੰਦਾ ਹੈ
ਰਸਤੇ ਵਿੱਚ ਰੁਕੇ ਤੇ ਉਹਨੂੰ ਕੋਈ ਉੱਥੇ ਇਹ ਥੋੜਾ ਹੁੰਦਾ ਮੇਰੀ ਮੰਜ਼ਲ ਆ ਗਈ ਹੈ। ਉਹਨੂੰ ਤਾਂ ਰਾਹ ਤੇ ਤੁਰਨ ਦੀ ਹੀ ਝਾਕ ਰਹਿੰਦੀ ਹੈ ਕਿ ਸਵੇਰੇ ਉੱਠਣਾ ਤੇ ਮੈਂ ਅਗਲੀ ਮੰਜ਼ਲ ਵੱਲ ਨੂੰ ਆਪਣੀ ਵੱਲ ਨੂੰ ਤੁਰ ਪੈਣਾ ਹੈ। ਮਹਾਰਾਜ ਕਹਿੰਦੇ ਖਾਲਸਾ ਜੀ ਇਵੇਂ ਹੀ ਤੁਸੀਂ ਸੰਸਾਰ ਦੇ ਵਿੱਚ ਰਾਹਗੀਰ ਹੋ। ਇਸ ਸੰਸਾਰ ਦੇ ਅੰਦਰ ਇੱਕ ਸਰਾਂ ਵਿੱਚ ਰੁਕੇ ਹੋਏ ਹੋ ਰਾਤ ਉਮਰਾ ਰੂਪੀ ਰਾਤ ਨੂੰ ਕੱਟਣ ਵਾਸਤੇ। ਇਉਂ ਆਤਮਹਿਤ ਆਚਰੈ ਰਹੀਏ ਚਿੱਤ ਉਦਾਸ। ਇਉਂ ਆਤਮਾ ਵਾਸਤੇ ਵਿਚਰੀਏ, ਜਿੱਥੇ ਵੀ ਜਾਈਏ ਆਤਮਾ ਦੇ ਗਿਆਨ ਨੂੰ ਨਾ ਭੁਲਾਈਏ ਤੇ ਰਹੀਏ ਚਿੱਤ ਉਦਾਸ। ਚਿੱਤ ਵਿੱਚ ਉਦਾਸ ਰਹੀਏ। ਮਨਾ ਸਰੀਰ ਛੱਡ ਦੇਣਾ, ਇੱਕ ਦਿਨ ਚਲੇ ਜਾਣਾ। ਪਰ ਸਾਨੂੰ ਇਹ ਉਦਾਸੀ ਨਹੀਂ ਚੰਗੀ ਲੱਗਦੀ। ਸੰਸਾਰ ਦੇ ਹੱਸਣੇ ਗਾਉਣੇ ਵਜਾਉਣੇ ਇਹੀ ਚੰਗੇ ਲੱਗਦੇ ਆ। ਮਹਾਰਾਜ ਕਹਿੰਦੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਇਹ ਰਹਿਣਾ ਨਹੀਂ ਜੀਵਨ ਫਿਰ ਤ੍ਰਿਗ ਬਣ ਜਾਵੇਗਾ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਲਾਹਨਤਾਂ ਪੈਣਗੀਆਂ, ਮੂੰਹ ਤੇ ਥੁੱਕਾਂ ਪੈਣਗੀਆਂ। ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਦੇ ਮਸਤਕ ਤੇ ਸੱਚ ਦਾ ਨਿਸ਼ਾਨ ਨਹੀਂ ਨਿਕਲੇਗਾ ਤਿਤ ਮੁਖ ਥੁੱਕਾਂ ਪਾਹੇ, ਉਹਨਾਂ ਦੇ ਮੂੰਹ ਉੱਤੇ ਥੁੱਕਾਂ ਪੈਣਗੀਆਂ। ਐਸੀ ਹਾਲਤ ਹੋਵੇਗੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਭਾਈ ਇਹ ਸੰਸਾਰ ਜਿਹੜਾ ਹੈ ਆਉਣ ਜਾਣ ਹੈ। ਖਾਲਸਾ ਜੀ ਆਪਣੇ ਚਿੱਤ ਵਿੱਚ ਸਦਾ ਹੀ ਮਰਨ ਨੂੰ ਯਾਦ ਰੱਖ ਕਰਕੇ ਮਨ ਕਰਕੇ ਉਦਾਸ ਰਹਿਣਾ। ਜਿੱਥੇ ਵੀ ਵਿਚਰੋ ਮੈਂ ਆਤਮਾ ਨੂੰ ਖੋਜਣਾ ਹੈ, ਮੈਂ ਸਰੀਰ ਨਹੀਂ ਹਾਂ। ਜਿੱਥੇ ਵੀ ਜਾਵੋ ਨਿਰੰਕਾਰ ਨੂੰ ਭੁਲਾਵੋ ਨਾ ਤੇ ਸਦਾ ਹੀ ਚਿੱਤ ਵਿੱਚ ਉਦਾਸੀ ਧਾਰਨ ਕਰੋ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਸ਼ਲੋਕਾਂ ਵਿੱਚ ਕਿਹਾ ਜਿਸ ਦੇ ਮਨ ਅੰਦਰ ਇਹ ਉਦਾਸੀ ਆ ਜਾਂਦੀ ਹੈ ਉਸ ਦੇ ਮਸਤਕ ਦੇ ਉੱਚੇ ਭਾਗ ਜਾਗ ਪੈਂਦੇ ਆ। ਜਿਹਦਾ ਮਨ ਸੰਸਾਰ ਤੋਂ ਉਦਾਸ ਹੋ ਜਾਂਦਾ ਹੈ। ਸੁਣੋ ਸਖਾ ਜਿਤ ਲਾਇਕੈ ਚਲਣੇ ਕੇਰੀ ਪ੍ਰੀਤ। ਮਹਾਰਾਜ ਕਹਿੰਦੇ ਐ ਮਿੱਤਰ ਗੁਰਸਿੱਖੋ ਐ ਖਾਲਸਾ ਜੀ ਸਦਾ ਹੀ ਚੱਲਣ ਨਾਲ ਪ੍ਰੀਤ ਕਰਨੀ ਚਾਹੀਦੀ ਹੈ। ਅਸੀਂ ਕਿੱਥੇ ਚੱਲਣ ਨਾਲ ਪ੍ਰੀਤ ਕਰਦੇ ਹਾਂ? ਨਹੀਂ ਚੱਲਣ ਨਾਲ ਪ੍ਰੀਤ ਕਰਦੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਰੀਰ ਛੱਡਣ ਨਾਲ ਪ੍ਰੀਤ ਕਰਨੀ ਚਾਹੀਦੀ ਹੈ ਕਿ ਮੈਂ ਇੱਕ ਦਿਨ ਸਰੀਰ ਛੱਡ ਜਾਣਾ ਹੈ। ਜਿਵੇਂ ਕਿਤੇ ਆਪਾਂ ਸਾਧ ਸੰਗਤ ਜੀ ਘੁੰਮਣ ਫਿਰਨ ਵਾਸਤੇ ਜਾਣਾ ਹੋਵੇ ਤੇ ਬੜੇ ਚਾਅ ਨਾਲ ਬੜੀ ਪ੍ਰੀਤ ਨਾਲ ਅਸੀਂ ਤਿਆਰ ਹੁੰਨੇ ਆ। ਮਹਾਰਾਜ ਕਹਿੰਦੇ ਪਰਲੋਕ ਵਾਸਤੇ ਵੀ ਇਵੇਂ ਹੀ ਪ੍ਰੀਤ ਕਰਨੀ ਚਾਹੀਦੀ ਹੈ। ਗੁਰਸਿੱਖਾਂ ਦਾ ਸਾਧ ਸੰਗਤ ਜੀ ਅਸਲ ਵਿੱਚ ਇਵੇਂ ਹੀ ਪ੍ਰੀਤ ਹੁੰਦੀ ਹੈ ਕਿਉਂਕਿ ਸਾਰੀ ਉਮਰ ਜਿਸ ਸਾਈਂ ਨੂੰ ਜਿਸ ਪਰਮਾਤਮਾ ਨੂੰ ਯਾਦ ਕੀਤਾ ਹੋਵੇ ਸਰੀਰ ਛੱਡਣ ਵੇਲੇ ਉਹਦੇ ਵਿੱਚ ਅਭੇਦ ਹੋਣਾ ਹੁੰਦਾ। ਉਹਨਾਂ ਨੂੰ ਕਹਿੰਦੇ ਹੈ ਕਿ ਜਿਵੇਂ ਸੰਸਾਰੀ ਨੂੰ ਵਿਆਹ ਦੀ ਖੁਸ਼ੀ ਹੁੰਦੀ ਹੈ ਇੰਨਾ ਹੀ ਮਹਾਤਮਾ ਨੂੰ ਸਰੀਰ ਛੱਡਣ ਦੀ ਖੁਸ਼ੀ ਹੁੰਦੀ ਹੈ ਕਿਉਂਕਿ ਵਾਹਿਗੁਰੂ ਵਿੱਚ ਅਭੇਦ ਹੋਣਾ ਹੁੰਦਾ। ਤੇ ਜਿਹੜਾ ਸੰਸਾਰ ਨਾਲ ਹੀ ਜੁੜਿਆ ਹੁੰਦਾ ਹੈ ਉਹਨੂੰ ਨਹੀਂ ਜੀ ਕਰਦਾ ਉਹਦਾ ਸੰਸਾਰ ਛੱਡਣ ਨੂੰ। ਉਹ ਤਾਂ ਫਿਰ ਰੋਂਦਾ ਕਰਲਾਉਂਦਾ ਹੈ। ਮੌਤ ਆਉਣ ਤੋਂ ਪਹਿਲਾਂ ਡਰਨ ਲੱਗ ਜਾਂਦਾ ਹੈ, ਕੰਬਣ ਲੱਗ ਜਾਂਦੇ ਆ ਕਈ ਕਿਉਂਕਿ ਮੌਤ ਦਾ ਸਾਹਮਣਾ ਨਹੀਂ ਕੀਤਾ ਜਾਂਦਾ, ਮਰਨ ਨੂੰ ਚਿੱਤ ਨਹੀਂ ਕਰਦਾ। ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਖਾਲਸਾ ਜੀ ਮਰਨ ਨਾਲ ਪ੍ਰੀਤ ਕਰਨੀ ਚਾਹੀਦੀ ਹੈ, ਆਪਣੇ ਉਸ ਦਿਨ ਨਾਲ ਪ੍ਰੀਤ ਕਰਨੀ ਚਾਹੀਦੀ ਹੈ। ਮਹਾਰਾਜ ਇੱਕ ਦਿਨ ਮੈਂ ਮਰ ਕੇ ਤੁਹਾਡੇ ਕੋਲ ਆ ਜਾਣਾ। ਸੱਚੇ ਪਾਤਸ਼ਾਹ ਮਹਾਰਾਜ ਜੀ ਤੁਹਾਡੇ ਚਰਨਾਂ ਵਿੱਚ ਪਹੁੰਚਣਾ ਹੈ। ਮੋਹੇ ਤੋਹੇ ਸਭ ਚਲੇਂਗੇ ਚਲਣਾ ਕੋਈ ਰੀਤ। ਮਹਾਰਾਜ ਕਹਿੰਦੇ ਅਸੀਂ ਤੇ ਤੁਸੀਂ ਗੁਰਸਿੱਖੋ ਸਭ ਹੀ ਚੱਲਣਗੇ। ਚੱਲਣ ਤੋਂ ਰੀਤ ਕੋਈ ਵੀ ਖਾਲੀ ਨਹੀਂ ਹੈ। ਰੀਤਾ ਭਾਵ ਕੋਈ ਸਖਣਾ ਨਹੀਂ ਹੈ। ਸੱਚੇ ਪਾਤਸ਼ਾਹ ਮਹਾਰਾਜ ਤਾਂ ਐਸਾ ਸਰੂਪ ਹਨ ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ। ਉਹ ਅਬਿਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਏ। ਪਰ ਮਹਾਰਾਜ ਸਰੀਰ ਦੀ ਹਾਲਤ ਦੱਸਦੇ ਆ ਨਹੀਂ ਆਉਂਦਾ ਜਾਂਦਾ ਕੋਈ ਵੀ। ਇਹ ਮਹਾਰਾਜ ਜੀ ਨੇ ਅਗਲੀ ਤੁਕ ਦੇ ਵਿੱਚ ਇਹ ਵੀ ਗਿਆਨ ਬਖਸ਼ ਦੇਣਾ। ਖਾਲਸਾ ਜੀ ਕੇਵਲ ਇਹ ਕਹਿਣਾ ਤੁਹਾਨੂੰ ਸਾਡਾ ਜਿਹੜਾ ਉਪਦੇਸ਼ ਹੈ ਨਾ ਤੁਹਾਨੂੰ ਬਰਾਗ ਵਾਸਤੇ ਹੈ। ਅਸਲ ਦੇ ਵਿੱਚ ਜਿਹੜੀ ਗਿਆਨ ਦੀ ਜਿਹੜੀ ਪਰਿਭਾਸ਼ਾ ਮਹਾਰਾਜ ਕਹਿੰਦੇ ਕੋਈ ਚੀਜ਼ ਆਉਂਦੀ ਜਾਂਦੀ ਹੈ ਨਹੀਂ। ਇਹ ਮਹਾਰਾਜ ਕੱਲ ਨੂੰ ਦੱਸਣਗੇ ਸੱਚੇ ਪਾਤਸ਼ਾਹ। ਜਿਵੇਂ ਆਪਾਂ ਇਹ ਉਪਦੇਸ਼ ਕੱਲ ਦੀ ਕਥਾ ਵਿੱਚ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਸੋ ਸਖਾ ਜਿਤ ਲਾਇਕੈ ਚਲਣੇ ਕੇਰੀ ਪ੍ਰੀਤ। ਮੋਹੇ ਤੋਹੇ ਸਭ ਚਲੇਂਗੇ ਚਲਨ ਨਾ ਕੋਈ ਰੀਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।